किस तरह की इतने लोग श्रद्धा भावना लैके आते किन्नी कुछ संगत होंगी है? ਇੱਥੇ ਲੋਕ ਬਹੁਤ ਸ਼ਰਧਾ ਨਾਲ ਆਉਂਦੇ ਨੇ ਜੀ, ਭੋਲੇਨਾਥ ਦੇ ਪਿਆਰ ਨਾਲ ਆਉਂਦੇ ਨੇ। 3:30 ਵਜੇ ਤੋਂ ਲਾਈਨ ਸ਼ੁਰੂ ਹੋ ਜਾਂਦੀ ਆ, ਬਸ ਚੱਲ ਸੋ ਚੱਲ ਸੰਗਤ ਦਰਸ਼ਨ ਕਰਦੀ ਰਹਿੰਦੀ ਹੈ। ਤੇ ਇਸ ਤੋਂ ਇਲਾਵਾ ਟਰਸਟ ਵੱਲੋਂ ਲੰਗਰ ਲਾਇਆ ਜਾਂਦਾ, ਉਹ ਟੁੱਟ ਕੱਲ ਸਵੇਰ ਤੋਂ ਸ਼ੁਰੂ ਹੋ ਜਾਣਾ। 10ਵੀਂ ਵਾਲੇ ਸ਼ਾਮ ਨੂੰ ਜਦੋਂ ਮੇਲੇ ਦੀ ਸਮਾਪਨ ਹੁੰਦਾ, ਉਦੋਂ ਅਸੀਂ ਸਰੋਵਰ ਦੀ ਪਰਿਕਰਮਾ ਦਾ ਇੱਕ ਆਯੋਜਨ ਕਰਦੇ ਹਾਂ, ਉਹ ਪੂਰਾ ਸਾਰੇ ਸੰਤ ਸਮਾਜ ਦੇ ਨਾਲ। ਅਸੀਂ ਅੱਜ ਆਪਣੇ ਦਰਸ਼ਕਾਂ ਨੂੰ ਲੈ ਕੇ ਪਹੁੰਚੇ ਹਾਂ ਉਸ ਇਤਿਹਾਸਿਕ ਸਥਾਨ ਤੇ ਜਿੱਥੇ ਦੀ ਮਾਨਤਾ ਹੈ ਕਿ 33 ਕਰੋੜ ਦੇਵੀ ਦੇਵਤਾ ਇੱਥੇ ਇਸ਼ਨਾਨ ਕਰਨ ਆਉਂਦੇ ਨੇ। ਭਗਵਾਨ ਸ਼ੰਕਰ ਦੇ ਵੱਡੇ ਬੇਟੇ ਸ਼੍ਰੀ ਕਾਰਤਿਕ ਸਵਾਮੀ ਮਹਾਰਾਜ ਨੂੰ ਮਨਾਉਣ ਆਉਂਦੇ। ਅਸੀਂ ਪਹੁੰਚੇ ਹਾਂ ਬਟਾਲਾ ਤੋਂ ਕਰੀਬ 7 ਕਿਲੋਮੀਟਰ ਦੂਰ ਅਚਲੇਸ਼ਵਰ ਧਾਮ ਮੰਦਿਰ ਦੇ ਵਿੱਚ, ਜਿੱਥੇ ਹਰ ਸਾਲ 9ਵੀਂ ਅਤੇ 10ਵੀਂ ਦਾ ਮੇਲਾ ਬੜੀ ਹੀ ਧੂਮਧਾਮ ਨਾਲ ਲਗਾਇਆ ਜਾਂਦਾ ਹੈ। ਇੱਥੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਜੋ ਹੈ ਉਹ ਨਤਮਸਤਕ ਹੋਣ ਲਈ ਪਹੁੰਚਦੀ ਹੈ ਔਰ ਆਸ਼ੀਰਵਾਦ ਪ੍ਰਾਪਤ ਕਰਦੀ ਹੈ ਭਗਵਾਨ ਸ਼ੰਕਰ ਦੇ ਪਰਿਵਾਰ ਦਾ, ਕਾਰਤਿਕ ਸਵਾਮੀ ਮਹਾਰਾਜ ਦਾ, ਕਿਉਂਕਿ ਇੱਥੇ ਕਾਰਤਿਕ ਸਵਾਮੀ ਮਹਾਰਾਜ ਅਚਲ ਹੋ ਗਏ ਸਨ। ਇਹ ਉਹੀ ਮੰਦਿਰ ਹੈ ਜਿੱਥੇ ਕਾਰਤਿਕ ਸਵਾਮੀ ਜੀ ਮਹਾਰਾਜ ਅਚਲ ਹੋ ਗਏ ਸਨ। ਕੀ ਹੈ ਇਤਿਹਾਸ ਇਸ ਮੰਦਿਰ ਦਾ, ਕਿਉਂ ਲੱਗਦਾ ਹੈ 9ਵੀਂ 10ਵੀਂ ਦਾ ਮੇਲਾ, ਕੀ ਮਿਲਿਆ ਸੀ ਵਰਦਾਨ? ਗੱਲਬਾਤ ਕਰਦੇ ਹਾਂ ਇਸ ਮੰਦਿਰ ਦੇ महंत कमलपुरी ਅਤੇ ਜਿਹੜੇ ਸ਼ਰਧਾਲੂ ਆਏ ਨੇ। ਜੀ ਜੀ, ਇਸ ਮੰਦਿਰ ਦਾ ਇਤਿਹਾਸ ਕੀ ਹੈ ਔਰ ਕਿਉਂ ਲੱਗਦਾ ਹੈ ਇੱਥੇ 9ਵੀਂ 10ਵੀਂ ਦਾ ਮੇਲਾ? ਦੇਖੋ, ਇਸ ਮੰਦਿਰ ਦੇ ਦੋ ਇਤਿਹਾਸ ਨੇ। ਇੱਕ ਤੇ ਇਹ ਹੈ ਕਿ ਮਹਾਰਾਜ ਭੋਲੇ ਸ਼ੰਕਰ ਜੀ ਇੱਥੇ ਕਦੋਂ ਪਧਾਰੇ ਸੀ। ਇੱਕ ਇਤਿਹਾਸ ਹੈ ਕਿ ਮਹਾਰਾਜ ਕਾਰਤਿਕ ਸਵਾਮੀ ਜੀ ਇੱਥੇ ਕਦੋਂ ਪਧਾਰੇ ਸੀ। ਭੋਲੇ ਸ਼ੰਕਰ ਜੀ ਵਾਲੀ ਸਟੋਰੀ ਉਹ ਇਸ ਤਰ੍ਹਾਂ ਹੈ ਕਿ ਸਤਯੁਗ ਦੇ ਵੇਲੇ ਜਦੋਂ ਤਾਰਕਾਸੁਰ ਨਾਮ ਦਾ ਰਾਖਸ਼ ਹੋਇਆ, ਭੋਲੇ ਸ਼ੰਕਰ ਜੀ ਦੀ ਤਪੱਸਿਆ ਕੀਤੀ, ਭੋਲੇ ਸ਼ੰਕਰ ਜੀ ਕੋ ਵਰਦਾਨ ਮੰਗਿਆ ਤੇ ਭੋਲੇ ਸ਼ੰਕਰ ਜੀ ਨੇ ਉਹਨੂੰ ਵਰਦਾਨ ਦੇ ਵਿੱਚ ਇਹ ਕਹਿ ਦਿੱਤਾ ਕਿ ਤੈਨੂੰ 5 ਮੁਖ ਦਾ ਕੋਈ ਵੀ ਨਹੀਂ ਮਾਰ ਸਕੇਗਾ, ਜੋ ਵੀ ਮਾਰੇਗਾ ਉਹਦੇ ਐਟਲੀਸਟ 6 ਮੁਖ ਹੋਣਗੇ। ਤੇ ਤਾਰਕਾਸੁਰ ਇਸ ਗੱਲ ਤੋਂ ਬੜਾ ਖੁਸ਼ ਹੋਇਆ ਕਿ ਮੈਨੂੰ ਮਾਰਨ ਵਾਲਾ ਤੇ ਹੁਣ ਇਸ ਪ੍ਰਿਥਵੀ ਦੇ ਉੱਪਰ ਕੋਈ ਹੈ ਹੀ ਨਹੀਂ। ਤੇ ਉਸਨੇ ਦੇਵੀ ਦੇਵਤਿਆਂ ਨੂੰ ਜੋ ਵੀ ਉਹਦੇ ਰਸਤੇ ਵਿੱਚ ਆਇਆ ਉਹਨੇ ਸਾਰਿਆਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਕਿ ਹੁਣ ਤੇ ਮੈਨੂੰ ਕੋਈ ਵੀ ਨਹੀਂ ਮਾਰ ਸਕਦਾ। ਜਦੋਂ ਇੰਦਰ ਦੇ ਸਿੰਘਾਸਨ ਵੱਲ ਗਿਆ ਤੇ ਇੰਦਰ ਮਹਾਰਾਜ ਨੇ ਯੁੱਧ ਕਰਨ ਲਈ ਤਿਆਰੀ ਕੀਤੀ ਪਰ ਉਹਨੂੰ ਹਰਾ ਨਾ ਸਕੇ। ਉਹ ਵਿਸ਼ਨੂੰ ਜੀ ਦੇ ਚਰਨਾਂ ਵਿੱਚ ਗਏ, ਵਿਸ਼ਨੂੰ ਜੀ ਨੇ ਵੀ ਉਹਦੇ ਨਾਲ ਯੁੱਧ ਕੀਤਾ, ਪਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਨੂੰ ਤੇ ਭੋਲੇ ਸ਼ੰਕਰ ਜੀ ਦਾ ਵਰਦਾਨ ਪ੍ਰਾਪਤ ਹੈ ਤੇ ਇਹਨਾਂ ਨੂੰ ਮਾਰਨਾ ਅਸੰਭਵ ਹੀ ਹੈ। ਤੇ ਸਾਰੇ ਦੇਵੀ ਦੇਵਤਿਆਂ ਨੇ ਯੁਕਤੀ ਬਣਾਈ ਕਿ ਜੇ ਭੋਲੇ ਸ਼ੰਕਰ ਜੀ ਰਾਜਾ ਹਿਮਾਚਲ ਦੀ ਲੜਕੀ ਗੌਰਾਂ ਦੇ ਨਾਲ ਵਿਆਹ ਕਰਨ ਲਈ ਮੰਨ ਜਾਣ ਤੇ ਇਹਨਾਂ ਦਾ ਜਿਹੜਾ ਪਹਿਲਾ ਪੁੱਤਰ ਪੈਦਾ ਹੋਏਗਾ ਉਹ ਕਾਰਤਿਕ ਮਹਾਰਾਜ ਜੀ 6 ਮੁਖ ਵਾਲੇ ਹੋਣਗੇ, ਉਹੀ ਇਹਦਾ ਵਧ ਕਰ ਸਕੇਗਾ। ਤੇ ਇਸੇ ਤਰ੍ਹਾਂ ਹੀ ਸਾਰੇ ਦੇਵੀ ਦੇਵਤੇ ਭੋਲੇ ਸ਼ੰਕਰ ਜੀ ਦੇ ਕੋਲ ਗਏ ਤੇ ਮਹਾਰਾਜ ਦੇ ਅੱਗੇ ਪ੍ਰਾਰਥਨਾ ਕੀਤੀ ਕਿ ਪ੍ਰਭੂ ਤੁਸੀਂ ਵਿਆਹ ਦੇ ਲਈ ਮੰਨ ਜਾਓ, ਤੁਹਾਡਾ ਵਿਆਹ ਹੋਏਗਾ ਤੇ ਜਿਹੜਾ ਤੁਹਾਡਾ ਪੁੱਤਰ ਪੈਦਾ ਹੋਏਗਾ 6 ਮੁਖ ਵਾਲਾ ਹੋਏਗਾ। ਭੋਲੇ ਸ਼ੰਕਰ ਜੀ ਬੜੇ ਦਿਆਲੂ ਸੀ, ਭੋਲੇ ਸੀ, ਤੇ ਉਹਨਾਂ ਨੇ ਕਿਹਾ ਠੀਕ ਹੈ, ਇਸੇ ਤਰ੍ਹਾਂ ਹੀ ਹੋਏਗਾ, ਤੁਸੀਂ ਰਾਜਾ ਹਿਮਾਚਲ ਨਾਲ ਗੱਲ ਕਰੋ। ਰਾਜਾ ਹਿਮਾਚਲ ਜੀ ਨਾਲ ਗੱਲ ਕੀਤੀ ਗਈ ਤੇ ਉਹ ਵੀ ਬੜੇ ਧਰਮੀ ਸੀ ਤੇ ਉਹਨਾਂ ਨੇ ਵੀ ਇਸ ਸ਼ਾਦੀ ਲਈ ਹਾਂ ਕਰ ਦਿੱਤੀ। ਜਿਸ ਦਿਨ ਸ਼ਾਦੀ ਦਾ ਦਿਨ ਆਇਆ, ਭੋਲੇ ਸ਼ੰਕਰ ਜੀ ਇੱਕ ਛੋਟੇ ਬੱਚੇ ਦਾ ਰੂਪ ਬਣਾ ਕੇ ਤੇ ਵਿਆਹ ਦੇ ਲਈ ਚੱਲ ਪਏ। ਜਦੋਂ ਮੰਡਪ ਦੇ ਵਿੱਚ ਪਹੁੰਚੇ ਤੇ ਮਾਤਾ ਜੀ ਕੋਲੋਂ ਮਾਲਾ ਲੈ ਕੇ ਆਪਣੇ ਗਲੇ 'ਚ ਪਾ ਲਈ ਤੇ ਆਪਣੀ ਮਾਲਾ ਜਿਹੜੀ ਸੀ ਉਹ ਮਾਤਾ ਜੀ ਦੇ ਗਲੇ ਵਿੱਚ ਪਾ ਕੇ ਨੱਚਣ ਲੱਗ ਪਏ। ਦੇਵੀ ਦੇਵਤਿਆਂ ਨੂੰ ਥੋੜਾ ਸ਼ੱਕ ਹੋ ਗਿਆ ਕਿ ਕਿਤੇ ਇਹ ਤਾਰਕਾਸੁਰ ਨਾ ਭੋਲੇ ਸ਼ੰਕਰ ਜੀ ਦਾ ਵੇਸ਼ ਧਾਰਨ ਕਰਕੇ ਆ ਗਿਆ ਹੋਵੇ, ਕਿਤੇ ਭੋਲੇ ਸ਼ੰਕਰ ਜੀ ਦਾ ਅਪਮਾਨ ਨਾ ਹੋ ਜਾਏ। ਇਸ ਕਰਕੇ ਉਹਨਾਂ ਨੇ ਆਪਣੇ ਆਪਣੇ ਜਿਹੜੇ ਸ਼ਸਤਰ ਸੀ ਉਹ ਉਠਾ ਲਏ ਉਹਨਾਂ ਨੂੰ ਮਾਰਨ ਲਈ। ਭੋਲੇ ਸ਼ੰਕਰ ਜੀ ਬੱਚੇ ਦੇ ਰੂਪ ਵਿੱਚ ਹੀ ਉੱਥੋਂ ਭੱਜ ਪਏ। ਭੱਜਦੇ ਭੱਜਦੇ ਉਹਨਾਂ ਨੂੰ ਸੰਧਿਆ ਹੋ ਗਈ, ਇੱਕ ਜੰਗਲ ਵਿੱਚ ਪਹੁੰਚੇ ਤੇ ਉਹਨਾਂ ਨੇ ਆਪਣੀ ਜਿਹੜੀ ਦੇਹ ਸੀ ਉਹ ਸ਼ਿਲਾ ਦੇ ਰੂਪ ਵਿੱਚ ਪਰਿਵਰਤਨ ਕਰ ਦਿੱਤੀ, ਜਿਹਨੂੰ ਅੱਜ ਆਪਾਂ ਸ਼ਿਵਲਿੰਗ ਦੇ ਰੂਪ ਵਿੱਚ ਜਾਣਦੇ ਹਾਂ। ਤੇ ਜਦੋਂ ਦੇਵੀ ਦੇਵਤੇ ਮਗਰ ਭੱਜਦੇ ਭੱਜਦੇ ਇੱਥੇ ਪਹੁੰਚੇ ਤੇ ਉਹਨਾਂ ਨੇ ਦੇਖਿਆ ਕਿ ਸ਼ਿਲਾ ਦੇ ਰੂਪ ਵਿੱਚ ਤੇ ਆਪਣੇ ਆਪ ਨੂੰ ਕੇਵਲ ਭਗਵਾਨ ਭੋਲੇ ਸ਼ੰਕਰ ਹੀ ਪਰਿਵਰਤਨ ਕਰ ਸਕਦੇ ਨੇ। ਤੇ ਉਹਨਾਂ ਸਾਰੇ ਦੇਵੀ ਦੇਵਤਿਆਂ ਨੇ ਇਹ ਸਰੋਵਰ ਖੋਦਿਆ, ਭੋਲੇ ਸ਼ੰਕਰ ਜੀ ਕੋ ਮਾਫੀ ਮੰਗੀ, ਮਈਆ ਗੰਗਾ ਮਈਆ ਨੂੰ ਯਾਦ ਕੀਤਾ, ਗੰਗਾ ਮਈਆ ਪ੍ਰਗਟ ਹੋਈ, ਇਸ਼ਨਾਨ ਕੀਤਾ, ਸਤੁਤੀ ਕੀਤੀ ਭੋਲੇ ਸ਼ੰਕਰ ਜੀ ਦੀ, ਮਹਾਰਾਜ ਦੇ ਕੋਲੋਂ ਮਾਫੀ ਮੰਗੀ। ਉਸ ਤੋਂ ਬਾਅਦ ਇੱਥੋਂ ਦੁਬਾਰਾ ਫਿਰ ਭੋਲੇ ਸ਼ੰਕਰ ਜੀ ਦੇ ਵਿਆਹ ਦੀ ਜੰਗ ਚੱਲੀ ਸੀ। ਉਹ ਵਿਆਹ ਹੋਇਆ, ਫਿਰ ਉਸ ਤੋਂ ਬਾਅਦ ਕਾਰਤਿਕ ਮਹਾਰਾਜ ਜੀ ਉਤਪੰਨ ਹੋਏ ਤੇ ਮਹਾਰਾਜ ਉਦੋਂ ਕੇਵਲ 6 ਦਿਨ ਦੇ ਸੀ ਜਦੋਂ ਉਹਨਾਂ ਨੇ ਤਾਰਕਾਸੁਰ ਦਾ ਵਧ ਕਰ ਦਿੱਤਾ। ਇਹ ਸਟੋਰੀ ਉਹ ਸੀ, ਕਹਾਣੀ ਉਹ ਸੀ, ਇਤਿਹਾਸ ਉਹ ਸੀ ਜੋ ਮਹਾਰਾਜ ਭੋਲੇ ਸ਼ੰਕਰ ਜੀ ਇੱਥੇ ਕਿਸ ਤਰ੍ਹਾਂ ਪਧਾਰੇ ਸੀ। ਇਸ ਤੋਂ ਇਲਾਵਾ ਉਸ ਤੋਂ ਬਾਅਦ ਜਦੋਂ ਯੁੱਗ ਪਲਟਿਆ, ਤ੍ਰੇਤਾ ਯੁੱਗ ਦੇ ਵਿੱਚ ਮਹਾਰਾਜ ਭੋਲੇ ਸ਼ੰਕਰ ਜੀ ਨੇ ਆਪਣੇ ਦੋਨਾਂ ਪੁੱਤਰਾਂ ਨੂੰ ਬੁਲਾ ਕੇ ਕਿਹਾ ਜੋ ਪਹਿਲੇ ਪ੍ਰਿਥਵੀ ਦੀ ਪ੍ਰਦਕਸ਼ਨਾ ਕਰਕੇ ਆਏਗਾ ਉਹਨੂੰ ਰਾਜਗੱਦੀ ਦਿੱਤੀ ਜਾਏਗੀ। ਤੇ ਕਾਰਤਿਕ ਮਹਾਰਾਜ ਜੀ ਮੋਰ ਦੀ ਸਵਾਰੀ ਕਰਦੇ ਸੀ ਤੇ ਗਣਪਤੀ ਜੀ ਚੂਹੇ ਦੀ ਸਵਾਰੀ ਕਰਦੇ ਸੀ। ਗਣਪਤੀ ਜੀ ਨੂੰ ਪਤਾ ਸੀ ਕਿ ਮੈਂ ਹਾਰ ਜਾਵਾਂਗਾ, ਪਰ ਬੁੱਧੀ ਦੇ ਕਾਰਕ ਨੇ, ਬੁੱਧੀ ਦੇ ਦੇਵਤਾ ਨੇ, ਉਹਨਾਂ ਨੇ ਆਪਣੇ ਮਾਤਾ ਪਿਤਾ ਦੀ ਪ੍ਰਦਕਸ਼ਨਾ ਕਰਕੇ ਹੀ ਕਹਿਤਾ ਕਿ ਮੈਂ ਤਾਂ ਪ੍ਰਿਥਵੀ ਦੀ ਪ੍ਰਦਕਸ਼ਨਾ ਕਰ ਆਇਆ ਹਾਂ, ਕਿਉਂਕਿ ਪ੍ਰਿਥਵੀ ਦੀ ਰਚਨਾ ਤੁਸੀਂ ਸਵੈਮ ਹੀ ਕੀਤੀ ਹੈ, ਪ੍ਰਿਥਵੀ ਦੀ ਪ੍ਰਦਕਸ਼ਨਾ ਕਰ ਲਈ ਤੇ ਤੁਹਾਡੀ ਕਰ ਲਈ ਇੱਕ ਹੀ ਗੱਲ ਹੈ। ਇਹ ਗੱਲ ਸੁਣ ਕੇ ਭੋਲੇ ਸ਼ੰਕਰ ਜੀ ਪ੍ਰਸੰਨ ਹੋ ਗਏ ਤੇ ਉਹਨਾਂ ਨੂੰ ਰਾਜਗੱਦੀ ਦੇ ਦਿੱਤੀ। ਉਸ ਮੌਕੇ ਕਾਰਤਿਕ ਮਹਾਰਾਜ ਜੀ ਭੋਲੇ ਸ਼ੰਕਰ ਜੀ ਦਾ ਸਰੂਪ ਦੇਖ ਕੇ ਇੱਥੇ ਰੁਕੇ ਸੀ ਤੇ ਨਾਰਦ ਜੀ ਨੇ ਆ ਕੇ ਉਹਨਾਂ ਨੂੰ ਦੱਸਿਆ ਕਿ ਜੋ ਰਾਜਗੱਦੀ ਹੈ ਉਹ ਤੇ ਇਸ ਤਰ੍ਹਾਂ ਗਣਪਤੀ ਜੀ ਨੂੰ ਮਿਲ ਗਈ ਹੈ। ਮਹਾਰਾਜ ਕਾਰਤਿਕ ਜੀ ਇਸ ਗੱਲ ਤੋਂ ਰੁਸ਼ਟ ਹੋ ਗਏ ਕਿ ਮੇਰੇ ਨਾਲ ਤੇ ਧੋਖਾ
ਔਖਾ ਹੋਇਆ। ਪ੍ਰਤੀਸਪਰਧਾ ਤੇ ਇਸ ਤਰ੍ਹਾਂ ਨਹੀਂ ਸੀ, ਉਹ ਤੇ ਇਹ ਸੀ ਕਿ ਜੋ ਪਹਿਲੇ ਪ੍ਰਿਥਵੀ ਦੀ ਪ੍ਰਦਕਸ਼ਨਾ ਕਰੇਗਾ ਉਹਨੂੰ ਰਾਜਗੱਦੀ ਦਿੱਤੀ ਜਾਏਗੀ। ਮਹਾਰਾਜ ਨੇ ਕਹਿਤਾ ਕਿ ਮੈਂ ਅੱਜ ਤੋਂ ਬਾਅਦ ਇੱਥੇ ਹੀ ਰਵਾਂਗਾ, ਅਚਲੇਸ਼ਵਰ ਵਿੱਚ ਹੀ ਅਚਲ ਹੋ ਕੇ ਰਵਾਂਗਾ, ਇੱਥੋਂ ਬਾਹਰ ਨਹੀਂ ਜਾਵਾਂਗਾ। ਉਸ ਤੋਂ ਬਾਅਦ 33 ਕੋਟੀ ਦੇਵੀ ਦੇਵਤਾ ਮਹਾਰਾਜ ਭੋਲੇ ਸ਼ੰਕਰ ਜੀ ਸਾਰੇ ਉਹਨਾਂ ਨੂੰ ਮਨਾਉਣ ਲਈ ਇੱਥੇ ਆਏ, ਪਰ ਮਹਾਰਾਜ ਨੇ ਜਾਣ ਤੋਂ ਮਨਾ ਕਰਤਾ। ਉਹਨਾਂ ਨੇ ਕਿਹਾ ਕਿ ਮੈਂ ਇੱਥੇ ਹੀ ਰਵਾਂਗਾ। ਫਿਰ ਉਸ ਤੋਂ ਬਾਅਦ ਮਾਤਾ ਜੀ ਨੇ ਕਿਹਾ ਕਿ ਇੱਕ ਬੇਟੇ ਨੂੰ ਰਾਜਗੱਦੀ ਦਿੱਤੀ ਗਈ ਹੈ, ਦੂਸਰੇ ਨੂੰ ਵੀ ਕੁਛ ਨਾ ਕੁਛ ਅਧਿਕਾਰ ਜ਼ਰੂਰ ਦੇਣਾ ਚਾਹੀਦਾ। ਤੇ ਭੋਲੇ ਸ਼ੰਕਰ ਜੀ ਨੇ ਕਿਹਾ ਕਿ ਅੱਜ ਤੋਂ ਬਾਅਦ ਦੀਵਾਲੀ ਤੋਂ 8 ਦਿਨ ਬਾਅਦ ਇੱਥੇ 9ਵੀਂ 10ਵੀਂ ਦਾ ਪਰਵ ਲੱਗੇਗਾ, 9ਵੀਂ 10ਵੀਂ ਦਾ ਮੇਲਾ ਲੱਗੇਗਾ, ਜਿਸ ਵਿੱਚ 33 ਕੋਟੀ ਦੇਵੀ ਦੇਵਤਾ ਤੁਹਾਨੂੰ ਮਿਲਣ ਲਈ ਪਧਾਰਨਗੇ। ਤੁਸੀਂ ਕਿਸੇ ਦੇ ਕੋਲ ਚੱਲ ਕੇ ਨਹੀਂ ਜਾਓਗੇ, ਸਾਰੇ ਤੁਹਾਨੂੰ ਚੱਲ ਕੇ ਮਿਲਣ ਲਈ ਆਇਆ ਕਰਨਗੇ। ਉਸ ਦਿਨ ਤੋਂ ਬਾਅਦ ਇੱਥੇ 9ਵੀਂ 10ਵੀਂ ਦਾ ਮੇਲਾ ਲੱਗਦਾ, ਕਿਉਂਕਿ ਮਹਾਰਾਜ ਭੋਲੇ ਸ਼ੰਕਰ ਜੀ ਦਾ ਮੰਦਿਰ ਸੀ। ਇੱਥੇ ਸ਼ਿਵਰਾਤਰੀ ਦਾ ਮੇਲਾ ਵੀ ਲੱਗਦਾ ਆ। ਸਾਵਨ ਮਹੀਨੇ ਵਿੱਚ ਵੀ ਪਿਛਲੇ ਕੁਝ 15 ਸਾਲਾਂ ਤੋਂ ਟਰਸਟ ਦੇ ਸਹਿਯੋਗ ਦੇ ਨਾਲ ਇੱਥੇ ਮੇਲਾ ਲੱਗਣਾ ਸ਼ੁਰੂ ਹੋਇਆ। ਹੁਣ ਕੱਲ੍ਹ 9ਵੀਂ ਦਾ ਪਰਵ ਆ, ਪਰਸੋਂ 10ਵੀਂ ਦਾ ਪਰਵ ਆ। ਕੱਲ੍ਹ 9ਵੀਂ ਦੀ ਰਾਤ ਨੂੰ ਇੱਥੇ ਆਪਣੇ ਗਾਇਕ ਮਨੀ ਲਾਡਲਾ ਜੀ ਗੁਣਗਾਨ ਕਰਨਗੇ, ਜੋ ਟਰਸਟ ਵੱਲੋਂ ਆਮੰਤਰਿਤ ਨੇ। ਬਾਹਰ ਮੰਦਿਰ ਦੀ ਪਰਿਸਰ ਦੇ ਬਾਹਰਲੀ ਸਾਈਡ ਤੇ ਪਾਰਕਿੰਗ ਦੇ ਵਿੱਚ ਬਹੁਤ ਸਾਰੇ ਬਟਾਲੇ ਦੀਆਂ ਸੰਸਥਾਵਾਂ ਨੇ, ਜਿਨ੍ਹਾਂ ਨੇ ਬਹੁਤ ਵੱਡੇ ਲੰਗਰ ਦਾ ਪ੍ਰਬੰਧ ਕੀਤਾ ਹੈ। ਮੰਦਿਰ ਵੱਲੋਂ ਵੀ ਲੰਗਰ ਲਗਾਇਆ ਜਾਂਦਾ ਹੈ। ਸਾਰੇ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਕੋਈ ਕਮੀ ਨਾ ਆਏ, ਇਸ ਤਰ੍ਹਾਂ ਹਰ ਤਰ੍ਹਾਂ ਦੇ ਜੋ ਕੋਸ਼ਿਸ਼ ਹੈ ਉਹ ਮੰਦਿਰ ਦੇ ਸੇਵਾਦਾਰਾਂ ਵੱਲੋਂ। ਅਚਲੇਸ਼ਵਰ ਵਿੱਚ ਦੇਖੋ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆ ਰਹੀ ਹੈ, ਲੱਖਾਂ ਦੀ ਤਾਦਾਦ ਵਿੱਚ ਸੰਗਤ ਆਉਂਦੀ ਹੈ। ਤੁਸੀਂ ਕੱਲ੍ਹ ਦੇਖੋਗੇ ਤੇ ਕੱਲ੍ਹ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਣੀ ਤੁਹਾਨੂੰ। ਕੱਲ੍ਹ ਬਹੁਤ ਭਾਰੀ ਤਾਦਾਦ ਵਿੱਚ ਸ਼ਰਧਾਲੂ ਆਉਂਦੇ ਨੇ, ਸਾਧੂ ਜਨ ਬਹੁਤ ਆਉਂਦੇ ਨੇ, ਬਹੁਤ ਤਾਦਾਦ ਵਿੱਚ ਲੋਕੀ ਹੁੰਦੇ ਨੇ। ਕਿੰਨੀ ਤਿਆਰੀਆਂ ਮੁਕੰਮਲ ਹੋ ਗਈਆਂ? ਲਗਭਗ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ। ਥੋੜ੍ਹੇ ਮੋਟੇ ਛੋਟੇ ਮੋਟੇ ਕੰਮ ਰਹਿ ਗਏ ਨੇ, ਉਹ ਅੱਜ ਕੰਪਲੀਟ ਹੋ ਜਾਣਗੇ। ਕੀ ਨਾਮ ਹੈ? ਅਭਿਨਵ ਸੇਖਣੀ। ਅਭਿਨਵ ਜੀ, ਕਿਸ ਤਰ੍ਹਾਂ ਦੀ ਇੱਥੇ ਲੋਕ ਸ਼ਰਧਾ ਭਾਵਨਾ ਲੈ ਕੇ ਆਉਂਦੇ ਤੇ ਕਿੰਨੀ ਕੁ ਸੰਗਤ ਹੁੰਦੀ ਹੈ? ਇੱਥੇ ਲੋਕ ਬਹੁਤ ਸ਼ਰਧਾ ਨਾਲ ਆਉਂਦੇ ਨੇ ਜੀ, ਭੋਲੇਨਾਥ ਦੇ ਪਿਆਰ ਨਾਲ ਆਉਂਦੇ ਨੇ। ਤੇ ਸੰਗਤ ਬਹੁਤ ਸੰਗਤ ਆਉਂਦੀ ਹੈ। ਸਵੇਰੇ 3:30 ਵਜੇ ਤੋਂ ਲਾਈਨ ਸ਼ੁਰੂ ਹੋ ਜਾਂਦੀ ਆ, ਬਸ ਚੱਲ ਸੋ ਚੱਲ ਸੰਗਤ ਦਰਸ਼ਨ ਕਰਦੀ ਰਹਿੰਦੀ ਹੈ। ਮੇਲੇ 'ਚ ਕੀ ਕੁਛ ਜਿਹੜੇ ਧਾਰਮਿਕ ਸਮਾਗਮ ਕਿਹੜੇ ਹੁੰਦੇ? ਧਾਰਮਿਕ ਸਮਾਗਮ ਜੀ ਇੱਥੇ 9ਵੀਂ ਵਾਲੀ ਰਾਤ ਜਗਰਾਤੇ ਦਾ ਪ੍ਰਬੰਧ ਹੈ, ਜਗਰਾਤਾ ਹੋਣਾ। ਤੇ ਇਸ ਤੋਂ ਇਲਾਵਾ ਟਰਸਟ ਵੱਲੋਂ ਲੰਗਰ ਲਾਇਆ ਜਾਂਦਾ, ਉਹ ਟੁੱਟ ਕੱਲ੍ਹ ਸਵੇਰ ਤੋਂ ਸ਼ੁਰੂ ਹੋ ਜਾਣਾ। ਤੇ ਟਰਸਟ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਸੰਸਥਾਵਾਂ ਵੀ ਬਾਹਰ ਲੰਗਰ ਦਾ ਪੂਰਾ ਪ੍ਰਬੰਧ ਕਰਦੀਆਂ। 10ਵੀਂ ਵਾਲੇ ਸ਼ਾਮ ਨੂੰ ਜਦੋਂ ਮੇਲੇ ਦੀ ਸਮਾਪਨ ਹੁੰਦਾ, ਉਦੋਂ ਅਸੀਂ ਸਰੋਵਰ ਦੀ ਪਰਿਕਰਮਾ ਦਾ ਇੱਕ ਆਯੋਜਨ ਕਰਦੇ ਹਾਂ। ਉਹ ਪੂਰਾ ਸਾਰੇ ਸੰਤ ਸਮਾਜ ਦੇ ਨਾਲ ਤੇ ਸਾਰੇ ਜਾਣੇ ਉਹ ਵੀ ਹੁੰਦਾ। ਇਹ ਸਨ ਇਸ ਮੰਦਿਰ ਦੇ ਮਹੰਤ ਕਮਲਪੁਰੀ ਅਤੇ ਸ਼ਰਧਾਲੂ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਮੰਦਿਰ ਦਾ ਇਤਿਹਾਸ ਕੀ ਹੈ। ਹੁਣ ਆਪਣੇ ਦਰਸ਼ਕਾਂ ਨੂੰ ਉਹ ਇਤਿਹਾਸਿਕ ਮੰਦਿਰ ਦਿਖਾਵਾਂਗੇ, ਜਿੱਥੇ ਪਿੰਡੀ ਦੇ ਰੂਪ ਦੇ ਵਿੱਚ ਭਗਵਾਨ ਸ਼ੰਕਰ ਜੀ ਦੀ ਪਿੰਡੀ ਹੈ, ਕਾਰਤਿਕ ਸਵਾਮੀ ਮਹਾਰਾਜ ਦੀ ਪਿੰਡੀ ਹੈ ਔਰ ਗਣਪਤੀ ਜੀ ਦੀ ਪਿੰਡੀ ਹੈ। ਇਹ ਜੋ 3 ਪਿੰਡੀਆਂ ਤੁਸੀਂ ਦੇਖਦੇ ਪਏ ਹੋ, ਇਹ ਇੱਕ ਭਗਵਾਨ ਸ਼ੰਕਰ ਵਿਰਾਜਮਾਨ ਨੇ, ਕਾਰਤਿਕ ਸਵਾਮੀ ਮਹਾਰਾਜ ਵਿਰਾਜਮਾਨ ਨੇ ਔਰ ਗਣਪਤੀ ਜੀ ਵਿਰਾਜਮਾਨ ਹੈ। ਇੱਥੇ ਜਿਹੜਾ ਹੈ ਕੱਲ੍ਹ ਸਵੇਰੇ 3 ਵਜੇ ਤੋਂ ਜਿਹੜਾ ਪਵਿੱਤਰ ਇਸ਼ਨਾਨ ਜਿਹੜਾ ਹੈ ਉਹ ਸ਼ੁਰੂ ਹੋ ਜਾਏਗਾ। ਭਗਤਾਂ ਦੀਆਂ ਜਿਹੜੀਆਂ ਲੰਬੀਆਂ ਕਤਾਰਾਂ ਇੱਥੇ ਦੇਖਣ ਨੂੰ ਮਿਲਣਗੀਆਂ। ਭਗਤ ਇੱਥੇ ਆ ਕੇ 3 ਵਜੇ ਤੋਂ ਹੀ ਇਸ਼ਨਾਨ ਕਰਨਾ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਮਾਨਤਾ ਹੈ ਕਿ ਇਸ ਪਵਿੱਤਰ ਸਰੋਵਰ 'ਚ ਜੋ ਇਸ਼ਨਾਨ ਕਰਦਾ ਹੈ ਉਸ 'ਤੇ ਦੁੱਖ ਦਰਦ ਕਲਾ ਕਲੇਸ਼ ਦੂਰ ਹੋ ਜਾਂਦੀ ਹੈ। ਕੈਮਰਾਮੈਨ ਵਿੱਕੀ ਦੇ ਨਾਲ ਸਕਰੋਲ ਪੰਜਾਬ ਲਈ ਨਿਤਿਨ ਲੂਥਰਾ, ਗੁਰਦਾਸਪੁਰ ਬਟਾਲਾ, ਸ਼੍ਰੀ ਅਚਲੇਸ਼ਵਰ ਧਾਮ।